ਸਤਿ ਸ਼੍ਰੀ ਅਕਾਲ ਜੀ। ਸਵਾਗਤ ਹੈ ਤੁਹਾਡਾ ਨਾਮਧਾਰੀ ਮੀਡੀਆ ਇੰਡੀਆ 'ਤੇ। ਮੈਂ ਸੁਖਵਿੰਦਰ ਸਿੰਘ ਸੋਖੀ। ਅੱਜ ਅਸੀਂ ਬੜੇ ਭਾਗਾਂ ਵਾਲੇ ਹਾਂ, ਸਾਡੇ ਨਾਲ ਅੱਜ ਨਾਮਧਾਰੀ ਪੰਥ ਦੇ ਜਵਾਨ ਨੌਜਵਾਨ ਜਥੇਦਾਰ ਨਿਸ਼ਾਨ ਸਿੰਘ ਜੀ ਸਾਡੇ ਨਾਲ ਨੇ। ਸਾਡੇ ਇਹਨਾਂ ਦੇ ਵਿਦਿਆ ਗੁਰੂ ਰਹੇ ਨੇ ਸੰਤ ਸੇਵਾ ਸਿੰਘ ਜੀ, ਜਥੇਦਾਰ ਸੇਵਾ ਸਿੰਘ ਜੀ। ਤੇ ਆਪ ਜੀ ਅੱਗੇ ਅਰਜ਼ ਹੈ ਕਿ ਜੋ ਸਤਿਗੁਰੂ ਜੀ ਨਾਲ ਬੀਤੀ ਹੈ ਉਹ ਆਪ ਜੀ ਸਾਨੂੰ ਦੱਸੋ, ਸਾਂਝੀ ਕਰੋ। ਸਤਿ ਸ਼੍ਰੀ ਅਕਾਲ ਜੀ। ਪਹਿਲਾਂ ਮੈਂ ਧੰਨਵਾਦ ਕਰਦਾ ਨਾਮਧਾਰੀ ਮੀਡੀਆ ਦਾ। ਸਤਿਗੁਰੂ ਜਗਜੀਤ ਸਿੰਘ ਜੀ ਦੇ ਪ੍ਰਕਾਸ਼ ਪੁਰਬ ਦੀ 100 ਸਾਲਾ ਸ਼ਤਾਬਦੀ ਨੂੰ ਸਮਰਪਿਤ ਲਗਾਤਾਰ ਤੁਸੀਂ ਜੋ ਹੱਡਬੀਤੀਆਂ ਸਾਖੀਆਂ ਨੇ ਵੱਖ-ਵੱਖ ਸਿੱਖਾਂ ਦੀਆਂ ਰਿਕਾਰਡ ਕਰਕੇ ਉਹ ਜੱਗ ਦੇ ਸਾਹਮਣੇ ਲਿਆ ਰਹੇ ਹੋ। ਇੱਕ ਵੱਡਾ ਕਾਰਜ ਹੈ ਸਤਿਗੁਰੂ ਦੀ ਸਾਖੀਆਂ ਨਾਲ ਜੁੜਨਾ। ਮੇਰਾ ਜਨਮ 1992 'ਚ ਹੋਇਆ। ਲਗਭਗ ਸਤਿਗੁਰੂ ਜਗਜੀਤ ਸਿੰਘ ਜੀ ਦੇ ਨਾਲ ਮੇਰੇ ਕਾਲ ਦੇ ਵਿੱਚ ਸਿਰਫ 2 ਵਾਰੀ ਮੈਂ ਸਤਿਗੁਰੂ ਜਗਜੀਤ ਸਿੰਘ ਜੀ ਦੇ ਸਾਹਮਣੇ ਗਿਆ। 2 ਨਹੀਂ ਤੇ 3 ਵਾਰੀ ਹੋਵੇਗਾ ਜਦੋਂ ਉਹਨਾਂ ਦੇ ਨਾਲ ਕੋਈ ਬਚਨ ਕਰਨ ਦਾ ਸਮਾਂ ਮਿਲਿਆ। ਉਹ ਮੈਂ ਤੁਹਾਡੇ ਨਾਲ ਸ਼ੇਅਰ ਕਰ ਲੈਂਦਾ ਵਾਂ। ਸਭ ਤੋਂ ਪਹਿਲਾਂ ਤੇ 2003 ਦੇ ਸੰਮੇਲਨ ਸੀ, ਵਿਦਿਅਕ ਸੰਮੇਲਨ। ਸੈਕਿੰਡ ਟਾਈਮ ਮੈਂ ਉੱਥੇ ਗਿਆ ਉਦੋਂ 2002 'ਚ। ਮੈਂ ਪਹਿਲੀ ਵਾਰੀ ਗਿਆ ਸੀ। ਦੂਸਰੀ ਵਾਰੀ ਗਿਆ ਤੇ ਉਸ ਸੰਮੇਲਨ ਦੇ ਵਿੱਚ ਅਸੀਂ ਛੋਟੇ ਸਾਂ, ਮਤਲਬ ਮੈਂ 10 ਕੁ ਸਾਲ ਦਾ ਸੀ, ਮਸਾਂ 10-11 ਸਾਲ ਦਾ ਸੀ। ਗੱਤਕਾ ਖੇਡਿਆ। ਸਤਿਗੁਰੂ ਜਗਜੀਤ ਸਿੰਘ ਜੀ ਹਰੀਮੰਦਰ ਦੇ ਸਾਹਮਣੇ ਜਿੱਥੇ ਵਾਲੀਬਾਲ ਵਾਲਾ ਗਰਾਊਂਡ ਹੈ ਉੱਥੇ ਕੁਆਲਿਸ ਗੱਡੀ ਵਿੱਚ ਸਨ ਬੈਠੇ ਹੋਏ। ਅਸੀਂ ਬੱਚਿਆਂ ਨੇ ਗੱਤਕਾ ਖੇਡ ਕੇ ਅਸੀਂ ਆਪਣਾ ਖੇਡਣ ਚਲੇ ਗਏ। ਸਾਡੇ ਪ੍ਰਬੰਧਕ ਜਿਹੜੇ ਸਨ ਉਹ ਸੱਚ ਪਾਤਸ਼ਾਹ ਦੇ ਸਾਹਮਣੇ ਖੜ੍ਹੇ ਹੋ ਗਏ ਜਾ ਕੇ, ਅਤੇ ਸੱਚ ਪਾਤਸ਼ਾਹ ਨਾਲ ਗੱਲਬਾਤ ਬਚਨ ਵਿਲਾਸ ਹੋਇਆ। ਸਤਿਗੁਰੂ ਜੀ ਪੁੱਛਿਆ ਕੌਣ ਸਿਖਾਉਂਦਾ ਹੈ, ਕਿੰਨੇ ਬੱਚੇ ਸਿੱਖਦੇ ਨੇ। ਫਿਰ ਹੁਕਮ ਕੀਤਾ ਇਸ ਨੂੰ ਤੁਸੀਂ ਸਿੱਖਦੇ ਰਹੋ ਬੱਚੇ, ਆਪਣੀ ਇਹ ਪਰੰਪਰਾ ਸਾਡੀ ਇੱਕ ਸਿੱਖਾਂ ਦੀ ਗੱਤਕੇ ਦੀ, ਇਹਨੂੰ ਚਲਾਈ ਰੱਖੋ। ਅਚਾਨਕ ਸੱਚ ਪਾਤਸ਼ਾਹ ਦੇ ਮਨ 'ਚ ਕੀ ਆਇਆ? ਸੱਚ ਪਾਤਸ਼ਾਹ ਹੁਕਮ ਕੀਤਾ ਵੀ ਤੁਹਾਡੇ ਵਿੱਚ ਕੋਈ ਜਥੇਦਾਰ ਵੀ ਹੈ? ਉਹ ਸਾਰੇ ਵੇਖਣ ਲੱਗ ਪਏ ਵੀ ਜਥੇਦਾਰ ਵੀ ਕੌਣ ਹੈ ਸਾਡੇ ਵਿੱਚੋਂ। ਮੈਨੂੰ ਯਾਦ ਹੈ ਕਿ ਮੈਂ ਇੱਕ ਪਾਸੇ ਚਲਾ ਗਿਆ ਹੋਇਆ ਸਾਂ। ਛੋਟੇ ਹੁੰਦੇ ਆਪਾਂ ਆਪਣਾ ਖੇਡ ਰਹੇ ਸੀ। ਸਾਡੇ ਗੁਰਮੁਖ ਸਿੰਘ ਭਾਜੀ ਨੇ, ਜਿਹੜੇ ਹੁਣ ਇਸ ਟਾਈਮ ਨਾਮਧਾਰੀ ਵਿਦਿਅਕ ਜਥਾ ਦਿੱਲੀ ਦੇ ਸਾਹਪੁਰੇ ਦੇ ਪ੍ਰਧਾਨ ਨੇ, ਉਹ ਮੇਰੇ ਕੋਲ ਆਏ, ਮੈਨੂੰ ਬਾਹੋਂ ਫੜ ਲਿਆ ਅਤੇ ਮੈਨੂੰ ਕਹਿੰਦੇ ਮੇਰੇ ਨਾਲ ਚੱਲ। ਮੈਂ ਜਿਸ ਤਰ੍ਹਾਂ ਬੱਚਾ ਸਾਂ ਮੈਂ ਆਖਿਆ ਜੀ ਨਹੀਂ, ਮੈਂ ਨਹੀਂ ਜਾਣਾ, ਮੈਂ ਖੇਡਣਾ ਇੱਥੇ। ਉਹ ਮੈਨੂੰ ਧੱਕੇ ਨਾਲ ਫੜ ਕੇ ਸੱਚ ਪਾਤਸ਼ਾਹ ਦੇ ਸਾਹਮਣੇ ਲਿਆਏ। ਮੈਨੂੰ ਉਹ ਸੀਨ ਅੱਜ ਵੀ ਯਾਦ ਹੈ। ਸਤਿਗੁਰੂ ਜੀ ਸ਼ੀਸ਼ਾ ਥੱਲੇ ਕੀਤਾ ਹੋਇਆ ਸੀ, ਅੰਦਰ ਬੈਠੇ ਸਨ, ਕੁਆਲਿਸ ਗੱਡੀ ਸੀ। ਮੈਂ ਬਾਹਰ ਜਾ ਕੇ ਖੜ੍ਹਾ ਹੋਇਆ। ਮੈਨੂੰ ਪਹਿਲਾਂ ਹੀ ਸਵਾਲ ਕੀਤਾ ਤੂੰ ਦੀਵਾਨ ਲਾਉਣਾ? ਮੈਂ ਕਿਹਾ ਜੀ ਹਾਂਜੀ ਮੈਂ ਦੀਵਾਨ ਲਾਉਣਾ। ਲਗਭਗ 1.5-2 ਸਾਲ ਹੋ ਗਏ ਸਨ ਮੈਂ ਦੀਵਾਨ ਲਾ ਲੈਂਦਾ ਸਾਂ ਉਦੋਂ। ਮੈਂ ਕਿਹਾ ਜੀ ਹਾਂਜੀ ਮੈਂ ਦੀਵਾਨ ਲਾਉਣਾ ਜੀ। ਇੱਕੋ ਹੀ ਬਚਨ ਕੀਤਾ, ਮੈਨੂੰ ਆਖਣ ਲੱਗੇ ਗੁਰਬਾਣੀ ਪੜ੍ਹਿਆ ਕਰ, ਸ਼ੁੱਧ ਗੁਰਬਾਣੀ ਕੰਠ ਕਰਿਆ ਕਰ, ਬਸ ਇੰਨਾ। ਮੈਂ ਕਿਹਾ ਜੀ 7 ਬਚਨ ਜੀ। ਇਹ ਵੀ ਨਹੀਂ ਮੈਂ ਆਖਿਆ 7 ਬਚਨ, ਪਤਾ ਹੀ ਨਹੀਂ ਸੀ ਉਦੋਂ। ਮੈਂ ਕਿਹਾ ਜੀ ਠੀਕ ਆ। ਅਤੇ ਇੰਨਾ ਇੱਕ ਮੇਰਾ ਬਚਨ ਹੋਇਆ ਸੱਚ ਪਾਤਸ਼ਾਹ ਨਾਲ। 2013 ਦੇ ਵਿੱਚ ਜਦੋਂ ਸਤਿਗੁਰੂ ਉਦੇ ਸਿੰਘ ਸੱਚ ਪਾਤਸ਼ਾਹ ਗੁਰਗੱਦੀ ਦੇ ਸੁਭਾਏਮਾਨ ਹੋਏ, ਦੁਆਬੇ ਦੇ ਇੱਕ ਪਿੰਡ ਮਹਿਤਪੁਰ 'ਚ ਮੇਲਾ ਸੀ। ਸ਼ਾਇਦ ਉਹ ਸਤਿਗੁਰੂ ਉਦੇ ਸਿੰਘ ਜੀ ਦੀ ਹਜ਼ੂਰੀ 'ਚ ਮੇਰਾ ਤੀਸਰਾ ਦੀਵਾਨ ਹੋਵੇਗਾ। ਪਹਿਲਾਂ ਮੈਂ ਮੁਠੱਡੇ ਲਾਇਆ, ਫਿਰ ਅੰਮ੍ਰਿਤਸਰ ਆਪਣੇ ਸ਼ਹੀਦੀ ਸਥਾਨ, ਅਤੇ ਤੀਸਰਾ ਮਹਿਤਪੁਰ ਸੀ। ਮੈਂ ਦੀਵਾਨ ਲਗਾਇਆ। ਦੀਵਾਨ ਦੀ ਸਮਾਪਤੀ ਹੋਈ, ਸੱਚ ਪਾਤਸ਼ਾਹ ਚਲੇ ਗਏ। ਫਿਰ ਸੂਬਾ ਹਰਜੀਤ ਸਿੰਘ ਮੁਠੱਡਾ ਨੂੰ ਆਖਿਆ ਵੀ ਉਹਨੂੰ ਬੁਲਾ ਕੇ ਲਿਆ। ਉਹ ਮੈਨੂੰ ਬੁਲਾਉਣ ਆਏ। ਮੈਂ ਫਟਾਫਟ ਗਿਆ ਅਤੇ ਮੈਂ ਮੱਥਾ ਟੇਕਿਆ ਜਾ ਕੇ। ਉਹੀ ਬਚਨ ਸੇਮ, ਉਹੀ ਸ਼ਬਦ ਹੂਬਹੂ ਜਿਹੜੇ ਸਤਿਗੁਰੂ ਜਗਜੀਤ ਸਿੰਘ ਜੀ ਨੇ ਆਖੇ ਸਨ। ਕੁਛ ਨਹੀਂ ਆਖਿਆ ਮੈਨੂੰ। ਮੈਂ ਜਾ ਕੇ ਮੱਥਾ ਟੇਕਿਆ। ਮੈਨੂੰ ਆਖਣ ਲੱਗੇ ਗੁਰਬਾਣੀ ਪੜ੍ਹਿਆ ਕਰ, ਸ਼ੁੱਧ ਗੁਰਬਾਣੀ ਕੰਠ ਕਰਿਆ ਕਰ, ਬਸ ਇੰਨਾ ਆਖਿਆ। ਸੱਚ ਪਾਤਸ਼ਾਹ ਚਲੇ ਗਏ। ਦੂਸਰੀ ਵਾਰੀ ਜਦੋਂ ਸੱਚ ਪਾਤਸ਼ਾਹ ਸਤਿਗੁਰੂ ਜਗਜੀਤ ਸਿੰਘ ਜੀ ਨਾਲ 2006 ਦੇ ਲਗਭਗ ਦੀ ਗੱਲ ਹੋਵੇਗੀ, ਮੇਰੇ ਨਾਲ ਟੌਨਸਿਲਸ ਹੋ ਗਏ ਗਲੇ ਵਿੱਚ। ਬੱਚਿਆਂ ਨੂੰ ਹੋ ਵੀ ਜਾਂਦੇ ਨੇ, ਪਰ ਮੈਂ ਉਦੋਂ ਇੱਕ ਟੀਨ ਏਜ ਤੋਂ ਵੀ ਗਾਂਹ ਜਾ ਰਿਹਾ ਸਾਂ। ਸਾਲ 2 ਦੇ ਲਗਭਗ ਮੈਂ ਬੜੀ ਮੈਡੀਸਿਨ ਲਈ, ਹੋਮੋਪੈਥੀ ਵੀ ਖਾਧੀ, ਐਲੋਪੈਥੀ ਵੀ, ਆਯੁਰਵੈਦਿਕ ਵੀ। ਮੈਂ ਮਾਲਿਸ਼ ਵੀ ਕਰਵਾਉਂਦਾ ਰਿਹਾ। ਮੇਰੇ ਘਰ ਦੇ ਮੈਂ ਐਕਸਰਸਾਈਜ਼, ਮੈਂ ਯੋਗਾ ਵੀ ਕਰਦਾ ਰਿਹਾ, ਬਹੁਤ ਕੁਛ ਕੀਤਾ। ਪਰ ਮੇਰੇ ਹਾਲਾਤ ਇਹ ਸਨ ਉਦੋਂ ਵੀ ਮੈਂ 10 ਮਿੰਟ ਵੀ ਬੋਲ ਨਹੀਂ ਸੀ ਸਕਦਾ। ਮੈਂ ਦੀਵਾਨ ਲਾਣੇ ਬੰਦ ਕਰ ਦਿੱਤੇ।
ਮੇਰੇ ਪ੍ਰਬੰਧਕਾਂ ਨੇ ਆਖਣਾ ਸਾਰਿਆਂ ਨੇ ਤੂੰ ਦੀਵਾਨ ਲਾਇਆ ਕਰ, ਤੇ ਮੈਂ ਆਖਣਾ ਜੀ ਮੇਰਾ ਗਲਾ ਹੀ ਨਹੀਂ ਚੱਲਦਾ, ਮੇਰਾ ਗਲਾ ਮੇਰੇ ਕੋਲ ਨਹੀਂ ਬੋਲਿਆ ਜਾਂਦਾ। ਇੱਕ ਦੋ ਵਾਰੀ ਮੈਂ ਦੀਵਾਨ ਲਾਉਣ ਲੱਗਾ, ਮੇਰਾ 5-7 ਮਿੰਟ 'ਚ ਹੀ ਮੇਰਾ ਗਲਾ ਬੈਠ ਜਾਣਾ, ਮੇਰੇ ਕੋਲ ਬੋਲਿਆ ਹੀ ਨਾ ਜਾਣਾ। ਮੈਂ ਛੱਡ ਦਿੱਤੇ। ਮੇਰੇ ਮਾਤਾ ਪਿਤਾ ਦੀ ਰੀਝ ਸੀ ਵੀ ਇਹ ਦੀਵਾਨ ਲਾਇਆ ਕਰੇ। ਮੈਂ ਆਪਣੀ ਸਟੱਡੀ ਵੱਲ ਹੋ ਗਿਆ। ਉਹਨਾਂ ਸਤਿਗੁਰੂ ਜਗਜੀਤ ਸਿੰਘ ਜੀ ਨੂੰ ਅਰਜ਼ ਕੀਤੀ, ਇਹ ਵੀ ਲਗਭਗ 7 ਦੀ ਗੱਲ ਹੋਵੇਗੀ। ਸੱਚ ਪਾਤਸ਼ਾਹ ਨੂੰ ਅਰਜ਼ ਕੀਤੀ ਵੀ ਸੱਚ ਪਾਤਸ਼ਾਹ ਇੱਦਾਂ ਸਾਡਾ ਬੇਟਾ ਦੀਵਾਨ ਲਾਉਂਦਾ, ਤੇ ਉਹਨੂੰ ਨਾ ਪਤਾ ਨਹੀਂ ਕੀ ਹੋਇਆ, ਉਹਦੇ ਗਲੇ 'ਚ ਟੌਨਸਿਲਸ ਹੋ ਗਏ ਨੇ, ਡਾਕਟਰ ਕਹਿੰਦੇ ਨੇ ਆਪਰੇਸ਼ਨ ਕਰਾ ਲਓ। ਤੇ ਸਾਡੇ ਕਈਆਂ ਦਾ ਵਿਚਾਰ ਹੈ, ਕਿਉਂਕਿ ਮੇਰੀ ਫੈਮਿਲੀ 'ਚ ਕੁਝ ਡਾਕਟਰ ਨੇ, ਉਹਨਾਂ ਦਾ ਵਿਚਾਰ ਸੀ ਕਿ ਅਗਰ ਤੂੰ ਆਪਰੇਸ਼ਨ ਕਰਾਏਂਗਾ ਤੇ ਸ਼ਾਇਦ ਜਿਸ ਤਰ੍ਹਾਂ ਤੁਸੀਂ ਦੀਵਾਨ ਲਗਾਉਂਦੇ ਹੋ ਇਸ ਤਰ੍ਹਾਂ ਤੂੰ ਦੁਬਾਰਾ ਦੀਵਾਨ ਨਾ ਲਾ ਸਕੇ, ਕਿਉਂਕਿ ਇੱਕ ਆਪਰੇਸ਼ਨ ਤੋਂ ਬਾਅਦ ਗਲੇ ਦੀ ਆਪਣੀ ਤਾਕਤ ਖਤਮ ਹੋ ਜਾਂਦੀ ਹੈ। ਤੇ ਮੇਰੇ ਘਰਦਿਆਂ ਨੇ ਅਰਜ਼ ਕੀਤੀ, ਪਰਿਵਾਰ ਨੇ ਜੀ, ਵੀ ਆਪਾਂ ਚਾਹੁੰਦੇ ਹਾਂ ਦੀਵਾਨ ਲਾਇਆ ਕਰੇ, ਪਰ ਉਹ ਜੇ ਆਪਰੇਸ਼ਨ ਕਰਾਉਂਦੇ ਆ ਤਾਂ ਵੀ ਨਹੀਂ ਲਾ ਸਕਦਾ, ਤੇ ਹੁਣ ਵੀ ਨਹੀਂ ਲਾ ਸਕਦਾ, ਉਹਦਾ ਗਲਾ ਨਹੀਂ ਚੱਲਦਾ। ਸਤਿਗੁਰੂ ਜੀ ਉਦੋਂ ਬਚਨ ਕੋਈ ਨਾ ਕੀਤਾ, ਸਿਰਫ ਇਸ਼ਾਰਾ ਕੀਤਾ। ਰਛਪਾਲ ਸਿੰਘ ਸੇਵਕ ਨੇ ਮੇਰੇ ਮਾਤਾ ਪਿਤਾ ਨੂੰ ਦੱਸਿਆ ਵੀ ਇੱਕ ਮਾਲਾ ਭਜਨ ਦੀ, ਇੱਕ ਭਗਉਤੀ ਦੀ 40 ਦਿਨ ਕਰਨੀ ਹੈ। ਉਹ ਵੀ ਮੈਂ ਨਹੀਂ ਕੀਤੀ, ਮੇਰੇ ਮਾਤਾ ਪਿਤਾ ਨੇ ਕੀਤੀ। ਤੋ ਸੱਚ ਪਾਤਸ਼ਾਹ ਦੀ ਐਸੀ ਕਿਰਪਾ ਹੋਈ, ਹੌਲੀ ਕੁਝ ਸਮੇਂ ਬਾਅਦ ਆਪਣੇ ਆਪ ਹੀ ਮੈਂ ਠੀਕ ਹੋਣਾ ਸ਼ੁਰੂ ਹੋ ਗਿਆ। ਫਿਰ ਜਦੋਂ ਮੈਂ ਡਾਕਟਰ ਕੋਲ ਜਾਣਾ ਤੇ ਡਾਕਟਰ ਨੇ ਆਖਣਾ ਤੂੰ ਨਾ ਟੌਨਸਿਲਸ ਦੀ ਦਵਾਈ ਖਾ, ਤੇਰੇ ਟੌਨਸਿਲਸ ਅਜੇ ਵੀ ਹੈ ਨੇ। ਮੈਂ ਉਹਨੂੰ ਆਖਣਾ ਨਹੀਂ ਤੁਸੀਂ ਟੌਨਸਿਲ ਛੱਡੋ, ਮੈਨੂੰ ਨਾ ਵੈਸੇ 1-2 ਦਿਨ ਦੀ ਦਵਾਈ ਦੇ ਦਿਓ ਗਲੇ ਦੀ। ਹੁਣ ਤੱਕ ਵੀ ਈਵਨ ਤੁਸੀਂ ਅਗਰ ਹੁਣ ਵੀ ਮੇਰੇ ਚੈੱਕ ਕਰ ਲਓ, ਮੇਰੇ ਟੌਨਸਿਲਸ ਅਜੇ ਵੀ ਹੈ ਨੇ, ਉਹ ਗਿਲਟੀਆਂ ਮੇਰੀਆਂ ਅਜੇ ਵੀ ਹੈ ਨੇ। ਮੈਂ ਹੁਣ ਵੀ ਡਾਕਟਰ ਕੋਲ ਜਾਵਾਂ ਤਾਂ ਉਹ ਕਹਿਣਗੇ ਯਾਰ ਤੈਨੂੰ ਤੇ ਟੌਨਸਿਲਸ ਨੇ ਅਜੇ ਵੀ। ਪਰ ਸੱਚ ਪਾਤਸ਼ਾਹ ਨੇ ਕਿਰਪਾ ਕੀਤੀ ਕਿ ਹੁਣ ਮੈਂ ਘੰਟਿਆਂ ਬੱਧੀ ਵੀ ਬੋਲ ਲੈਂਦਾ। ਇੱਕ ਦਿਨ ਦੇ ਵਿੱਚ ਮੈਂ 3-3 4-4 ਵਾਰੀ ਵੀ ਦੀਵਾਨ ਲਾਏ ਨੇ, ਪਰ ਸੱਚ ਪਾਤਸ਼ਾਹ ਕਿਰਪਾ ਕੀਤੀ, ਉਹ ਬਿਨਾਂ ਕਿਸੇ ਦਵਾਈ ਖਾਦਿਆਂ ਉਸ ਤੋਂ ਬਾਅਦ ਮੈਂ ਠੀਕ ਹੋਇਆ। ਇੱਕ ਗੱਲ ਹੋਰ ਸਤਿਗੁਰੂ ਜਗਜੀਤ ਸਿੰਘ ਜੀ ਦੀ ਔਰ ਸਤਿਗੁਰੂ ਦੇ ਸਿੰਘ ਜੀ ਦੀ, ਇੱਕ ਸੰਤ ਸੁਖਦੇਵ ਸਿੰਘ ਜੀ ਸਾਡੇ ਸਾਹਪੁਰੇ ਹੁੰਦੇ ਸਨ, ਰੀਸੈਂਟਲੀ ਲਾਸਟ ਮੰਥ ਉਹ ਚੜ੍ਹਾਈ ਕੀਤੇ ਨੇ। ਉਹਨਾਂ ਦੀ ਅਵਸਥਾ ਇਹ ਸੀ ਵੀ ਜਦੋਂ ਉਹਨਾਂ ਦੇ ਨਾਲ ਮੈਂ ਜਾਇਆ ਕਰਨਾ, 2008 ਤੋਂ ਬਾਅਦ ਮੈਂ ਸਟਾਰਟ ਹੋਇਆ, 9 ਦੇ ਵਿੱਚ ਲਗਭਗ, ਉਹਨਾਂ ਨੇ ਨਾ ਰਸਤੇ ਵਿੱਚ ਜਾਂਦਿਆਂ ਸਾਨੂੰ ਦੱਸ ਦਿਆ ਕਰਨਾ, ਮੈਨੂੰ ਆਖਣਾ ਨਿਸ਼ਾਨ ਅਸੀਂ ਜਾਵਾਂਗੇ ਨਾ, ਆਹ ਫਲਾਣਾ ਸੇਵਕ ਹੋਏਗਾ, ਅਸੀਂ ਉਹਨੂੰ ਜਾ ਕੇ ਅਰਜ਼ ਕਰਾਂਗੇ, ਉਹ ਫਿਰ ਸੱਚ ਪਾਤਸ਼ਾਹ ਨੂੰ ਅਰਜ਼ ਕਰੇਗਾ, ਫਿਰ ਅਸੀਂ ਜਾ ਕੇ ਚਰਨਾਂ 'ਤੇ ਮੱਥਾ ਟੇਕਾਂਗੇ। ਸਾਰਾ ਕੁਛ ਉਹਨਾਂ ਇੱਦਾਂ ਸੀਨ ਦੱਸਿਆ ਕਰਨਾ। ਉਹ ਸੱਚਮੁੱਚ ਇੱਦਾਂ ਹੀ ਹੁੰਦਾ ਸੀ। ਆਪਾਂ ਜਾਣਾ, ਉਸੇ ਤਰ੍ਹਾਂ ਉਹੀ ਸੇਵਕ ਨੇ ਹੋਣਾ, ਉਹਨਾਂ ਅਰਜ਼ ਕਰਨੀ। ਇਹ ਟਾਈਮ ਉਹ ਸੀ 2011-12 ਦਾ, ਜਦੋਂ ਸਤਿਗੁਰੂ ਜਗਜੀਤ ਸਿੰਘ ਜੀ ਦੇ ਕੋਲ ਕਿਸੇ ਨੂੰ ਅੰਦਰ ਨਹੀਂ ਸੀ ਜਾਣ ਦਿੱਤਾ ਜਾਂਦਾ। ਉਹ ਸੰਤਾਂ ਦੀ ਪਰ ਕੋਈ ਆਪਣਾ ਇਸ ਤਰ੍ਹਾਂ ਦੀ ਸਤਿਗੁਰੂ ਜਗਜੀਤ ਸਿੰਘ ਨਾਲ ਲਿਵ ਜੁੜੀ ਸੀ, ਉਹਨਾਂ ਨੂੰ ਕਦੀ ਕਿਸੇ ਨੇ ਰੋਕਿਆ ਹੀ ਨਹੀਂ। 2012 ਸਤਿਗੁਰੂ ਜਗਜੀਤ ਸਿੰਘ ਜੋਤੀ ਜੋਤ ਸਮਾਏ। 20 ਦਸੰਬਰ ਦੀ ਗੱਲ ਹੈ। ਮੈਂ ਤੇ ਸੰਤ ਜੀ, ਮੇਰਾ ਭਰਾ ਸੀ ਨਾਲ, ਛੋਟਾ ਇੱਕ ਮੁੰਡਾ ਹੋਰ ਬਸੰਤ, ਸਾਡੇ ਸਾਹਪੁਰੇ ਦੇ, ਆਪਾਂ 4 ਜਾਣੇ ਸਾਂ। ਆਪਾਂ ਇੱਥੋਂ ਗਏ, ਸ਼ਾਨੇ ਪੰਜਾਬ ਟ੍ਰੇਨ 'ਤੇ ਸੀ। ਮੈਂ ਸੰਜੀ ਨੂੰ ਪੁੱਛਿਆ, ਮੈਂ ਕਿਹਾ ਜੀ ਪਹਿਲਾਂ ਤੁਸੀਂ ਦੱਸਦੇ ਸੋ ਵੀ ਫਲਾਣਾ ਸੇਵਕ ਹੋਏਗਾ, ਇਸ ਤਰ੍ਹਾਂ ਅਸੀਂ ਅਰਜ਼ ਕਰਾਂਗੇ, ਅਸੀਂ ਮੱਥਾ ਟੇਕਣ ਜਾਵਾਂਗੇ, ਹੁਣ ਕਿਹਨੂੰ ਅਰਜ਼ ਕਰਾਂਗੇ, ਹੁਣ ਕਿਸ ਤਰ੍ਹਾਂ ਮੱਥਾ ਟੇਕਾਂਗੇ। ਸੋਚਣ ਲੱਗ ਪਏ। 2-4 ਮਿੰਟ ਬਾਅਦ ਆਪਾਂ ਖੜ੍ਹੇ ਸਾਂ ਬਾਰੀ ਦੇ ਵਿੱਚ। ਉਹਨਾਂ ਦੀ ਆਦਤ ਹੁੰਦੀ ਸੀ, ਉਹ ਸੀਟ ਹੋਣ ਦੇ ਬਾਵਜੂਦ ਵੀ ਨਾ ਬੈਠਦੇ ਨਹੀਂ ਸਨ ਹੁੰਦੇ, ਉਹਨਾਂ ਗੱਡੀ ਦੇ ਵਿੱਚ ਮਤਲਬ ਤੁਰਦੇ ਫਿਰਦੇ ਹੀ ਰਹਿਣਾ। ਮੈਨੂੰ ਆਖਣ ਲੱਗੇ 2-4 ਮਿੰਟ ਬਾਅਦ, ਆਖਣ ਲੱਗੇ ਨਿਸ਼ਾਨ ਇੱਦਾਂ, ਐਤਕੀ ਨਾ ਅਸੀਂ ਨਹੀਂ ਅਰਜ਼ ਕਰਨੀ, ਵੇਖੀ ਸੱਚ ਪਾਤਸ਼ਾਹ ਸਾਡੇ ਕੋਲ ਆਪੇ ਆਉਣਗੇ। ਉਦੋਂ ਤੱਕ ਮੇਰੇ ਵੀ ਮਨ ਵਿੱਚ ਕੋਈ ਇਸ ਤਰ੍ਹਾਂ ਦੀ ਸਤਿਗੁਰੂ ਦੇ ਸਿੰਘ ਜੀ ਪ੍ਰਤੀ ਇੱਕ ਭਾਵਨਾ ਸਤਿਗੁਰੂ ਰੂਪ ਵਾਲੀ ਨਹੀਂ ਸੀ, ਕਿਉਂਕਿ ਪੰਥ ਦੇ ਵਿੱਚ ਹੋਰ ਬਹੁਤ ਸਾਰੀਆਂ ਗੱਲਾਂ ਉਸ ਵੇਲੇ ਝਮੇਲੇ ਦੀਆਂ ਚੱਲ ਰਹੀਆਂ ਸਨ, ਅਤੇ ਇੱਕ ਮਨ ਦੇ ਵਿੱਚ ਦੁਚਿੱਤੀ ਬਣੀ ਹੋਈ ਸੀ। ਮੈਂ ਕਿਹਾ ਜੀ ਠੀਕ ਹੈ, ਚਲੋ ਜੇ ਇਸ ਤਰ੍ਹਾਂ ਹੋ ਜਾਵੇ ਤਾਂ ਮੇਰੀ ਵੀ ਇੱਕ ਸ਼ੰਕਾ ਦੂਰ ਹੋ ਜਾਏਗੀ। ਉਹ ਫਿਰ ਜਦੋਂ ਅਸੀਂ ਪਹੁੰਚੇ ਸ਼ਾਨੇ ਪੰਜਾਬ 'ਤੇ, ਅਸੀਂ ਗਏ ਲਗਭਗ 2 ਵਜੇ ਅਸੀਂ ਪਹੁੰਚ ਗਏ। ਨਿਤਨੇਮ ਦੀ ਸਮਾਪਤੀ ਹੋਈ, ਸ਼ਾਮ ਦਾ ਟਾਈਮ ਸੀ। ਸੱਚ ਪਾਤਸ਼ਾਹ ਕਿਤੇ ਬਾਹਰ ਗਏ ਸਨ। ਮਾਤਾ ਜੀ ਵਾਲੀ ਕੋਠੀ ਦੇ ਬਾਹਰ ਅਸੀਂ ਖੜ੍ਹੇ ਸਾਂ। ਬਹੁਤ ਸਾਰੀ ਸੰਗਤ, ਇੰਗਲੈਂਡ ਤੋਂ, ਥਾਈਲੈਂਡ ਤੋਂ ਵੀ ਸੰਗਤ ਆ ਚੁੱਕੀ ਸੀ ਉਦੋਂ। ਸੱਚ ਪਾਤਸ਼ਾਹ ਦਾ ਭੋਗ ਸੀ 23 ਤਰੀਕ ਦਾ, ਅਤੇ ਦਿੱਲੀ ਤੋਂ ਵੀ ਸੰਗਤ ਬਹੁਤ ਸੀ। ਹਾਲਾਂਕਿ ਮੈਂ ਉਦੋਂ ਇੰਨਾ ਜ਼ਿਆਦਾ ਜਾਣਦਾ ਨਹੀਂ ਸਾਂ ਵੀ ਇੰਗਲੈਂਡ ਦੇ ਕਿਹੜੇ ਨੇ ਜਾਂ ਥਾਈਲੈਂਡ ਦੇ ਕਿਹੜੇ ਨੇ। ਬਾਅਦ ਵਿੱਚ ਮੈਨੂੰ ਜਾਣਕਾਰੀ ਹੋਈ ਵੀ ਆਹ ਸਰੀਰ ਉੱਥੇ ਖੜ੍ਹੇ ਸਨ। ਅਸੀਂ ਮਾਤਾ ਜੀ ਵਾਲੀ ਕੋਠੀ ਦੇ ਬਾਹਰ ਸਾਂ, 2 ਨੰਬਰ ਕੋਠੀ ਦੇ। ਇਹ ਸੰਗਤ ਸਾਰੀ 1 ਨੰਬਰ ਕੋਠੀ ਦੇ ਬਾਹਰ ਖੜ੍ਹੀ ਸੀ ਵੀ ਸੱਚ ਪਾਤਸ਼ਾਹ ਆਉਣਾ, ਅਸੀਂ ਮੱਥਾ ਟੇਕਾਂਗੇ। ਗੱਡੀਆਂ ਆਈਆਂ,
ਜਿਹੜੀ ਮੇਨ ਗੱਡੀ ਜਿਪਸੀ ਸੀ ਉਹ ਅੰਦਰ ਨਿਕਲ ਗਈ ਸਿੱਧਾ। ਸਤਿਗੁਰੂ ਜੀ ਵਾਲੀ ਕਾਰ ਰੁਕ ਗਈ ਬਾਹਰ। 5 ਮਿੰਟ ਸੱਚ ਪਾਤਸ਼ਾਹ ਬੈਠੇ ਰਹੇ ਸਨ, ਜਗਤਾਰ ਸਿੰਘ ਨਾਲ ਕੋਈ ਗੱਲਬਾਤ ਕਰਦੇ ਸਨ। ਫਿਰ ਇੱਕਦਮ ਗੱਡੀ 'ਚੋਂ ਬਾਹਰ ਨਿਕਲੇ। ਉਹ ਜਿੰਨੇ 40-50 ਜਾਣੇ 100 ਜਾਣੇ ਸਾਨੂੰ ਸਾਰੇ ਅੱਗੇ ਹੋਏ ਵੀ ਅਸੀਂ ਮੱਥਾ ਟੇਕਣਾ ਹੈ। ਮੈਂ ਵੀ ਜਾਣ ਲੱਗਾ, ਮੈਨੂੰ ਸੰਤ ਜੀ ਨੇ ਬਾਹੋਂ ਫੜ ਲਿਆ, ਮੈਨੂੰ ਆਖਣ ਲੱਗੇ ਨਹੀਂ ਜਾਣਾ। ਮੈਂ ਕਿਹਾ ਜੀ ਠੀਕ ਹੈ। ਅਸੀਂ ਬਿਲਕੁਲ ਜਿੱਥੇ ਮਾਤਾ ਜੀ ਦੀ ਕੋਠੀ ਦੀ ਐਂਟਰੈਂਸ ਹੈ ਉਹਦੇ ਨਾਲ ਹੀ ਖੜੇ ਸਾਂ, ਚਾਰੋਂ ਜਾਣੇ ਅਸੀਂ ਇੱਦਾਂ ਲਾਈਨ ਵਿੱਚ ਹੀ। ਸੱਚ ਪਾਤਸ਼ਾਹ ਉਤਰੇ, ਉਹ ਸਾਰੀ ਸੰਗਤ ਮੱਥਾ ਟੇਕਣ ਲੱਗ ਪਈ। ਇੱਕ ਨੋਰਮਲ ਜਿਹੜੀ ਰੋਜ਼ਾਨਾ ਪ੍ਰਕਿਰਿਆ ਸਤਿਗੁਰੂ ਜੀ ਦੀ ਹੁੰਦੀ ਹੈ ਵੀ ਜੇ ਸੰਗਤ ਮੱਥਾ ਟੇਕਣ ਲੱਗ ਪਵੇ ਸੱਚਪਾ ਖੜੇ ਹੋ ਜਾਂਦੇ ਨੇ। ਉਦਣ ਸੱਚਪਾ ਖੜੇ ਨਹੀਂ ਹੋਏ। ਉਹਨਾਂ ਸਾਰਿਆਂ ਦੇ ਵਿੱਚੋਂ ਦੀ ਲੰਘ ਕੇ ਨਾ ਤੇ ਇੱਕਦਮ ਸਾਡੇ ਕੋਲ ਆ ਕੇ ਖੜੇ ਹੋ ਗਏ। ਪਹਿਲਾਂ ਉਹਨਾਂ ਸੰਤਾਂ ਨੇ ਮੱਥਾ ਟੇਕਿਆ ਤੇ ਫਿਰ ਮੈਂ ਮੱਥਾ ਟੇਕਿਆ, ਫਿਰ ਮੇਰੇ ਭਰਾ ਨੇ ਟੇਕਿਆ। ਉਸ ਤੋਂ ਪਹਿਲਾਂ ਹਜ਼ੂਰ ਸਤਿਗੁਰੂ ਜੀ ਦੇ ਨਾਲ, ਸਤਿਗੁਰੂ ਉਦੈ ਸਿੰਘ ਜੀ ਨਾਲ ਮੈਂ ਕਦੀ ਨਹੀਂ ਸੀ ਮਿਲਿਆ ਤੇ ਨਾ ਹੀ ਜਿਹੜੇ ਮੇਰੇ ਨਾਲ ਸੰਤ ਸੁਖਦੇਵ ਸਿੰਘ ਜੀ ਸਨ ਉਹ ਕਦੀ ਇਸ ਤਰ੍ਹਾਂ ਬਾਹਰੀ ਰੂਪ ਵਿੱਚ ਮਿਲੇ ਸਨ। ਅੰਦਰ ਉਹਨਾਂ ਦਾ ਜੁੜਿਆ ਸੀ ਇੱਕ ਵੱਖਰੀ ਗੱਲ ਹੈ, ਪਰ ਬਾਹਰੀ ਰੂਪ 'ਚ ਨਹੀਂ ਸਨ ਮਿਲੇ ਕਦੀ। ਮੈਂ ਵੀ ਨਹੀਂ ਸੀ ਕਦੀ ਮਿਲਿਆ, ਪਰ ਸਤਿਗੁਰੂ ਜੀ ਇਸ ਤਰ੍ਹਾਂ ਮਿਲੇ ਜਿਸ ਤਰ੍ਹਾਂ ਬਹੁਤ ਚਿਰਾਂ ਤੋਂ ਜਾਣਦੇ ਨੇ। ਹਾਲ ਚਾਲ ਪੁੱਛਿਆ, ਪਰਿਵਾਰ ਦਾ ਪੁੱਛਿਆ, ਤੇ ਜਦੋਂ ਸੱਚ ਪਾਤਸ਼ਾਹ ਚਲੇ ਗਏ ਤੇ ਫਿਰ ਮੈਨੂੰ ਸੰਤਾਂ ਆਖਿਆ ਵੀ ਪਤਾ ਲੱਗਿਆ ਤੈਨੂੰ? ਮੈਂ ਕਿਹਾ ਜੀ ਲੱਗ ਗਿਆ ਪਤਾ। ਆਂਦਾ ਆਪਣੇ ਆਪ ਆਏ ਕਿ ਨਹੀਂ ਇੱਥੇ? ਫਿਰ ਉਹ ਮੈਨੂੰ ਆਖਣ ਲੱਗੇ ਵੇਖ ਇੱਥੇ ਕਿੰਨੀ ਸੰਗਤ ਖੜੀ ਹੈ, ਸੱਚਪਾ ਕਿਸੇ ਕੋ ਮੱਥਾ ਨਹੀਂ ਟਿਕਾਇਆ ਤੇ ਸਿਰਫ ਸਾਡੇ ਕੋਲ ਆ ਕੇ ਖੜੇ ਹੋ ਕੇ ਚਲੇ ਗਏ ਨੇ। ਤੋ ਇਹ ਕਿਸ ਤਰ੍ਹਾਂ ਦੀ ਗੱਲ ਹੈ ਕਿ ਜੋਤ ਓਹਾ ਜੁਗਤ ਸਾਏ ਸਹਿ ਕਾਇਆ ਫਿਰ ਪਲਟੀ ਹੈ। ਪਰ ਸਤਿਗੁਰੂ ਜੀ ਕਿਰਪਾ ਕਰਦੇ ਨੇ, ਜਿਨ੍ਹਾਂ ਨੂੰ ਉਹਨਾਂ ਨੇ ਆਪਣਾ ਬਣਾਉਣਾ ਇਸ ਤਰ੍ਹਾਂ ਬਣਾ ਲੈਂਦੇ ਨੇ। ਧੰਨਵਾਦ। ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ।